ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹਨ। ਅੱਜ ਅਸੀਂ ਕਲਾਸ 10th ਦੇ ਪੰਜਾਬੀ ਦੇ ਸੈਂਪਲ ਪੇਪਰ ਨੂੰ ਵੇਖਣਗੇ ਅਤੇ ਪੜ੍ਹਨਗੇ। ਇਹ ਸਾਨੂੰ ਜਮਾਤ 10ਵੀਂ ਦਾ ਨਮੂਨਾ ਪ੍ਰਸ਼ਨ ਪੱਤਰ ਟਰਮ ਫਸਟ ਦਾ ਦਿੱਤਾ ਹੋਇਆ ਹਨ, ਜੋ 40 ਮਾਰਕਸ ਦਾ ਹੈ, ਜਿਸ ਦਾ ਸਮਾਂ 90 ਮਿੰਟ ਦਿੱਤਾ ਹੋਇਆ ਹੈ। ਇਹ ਸਾਨੂੰ ਨਿਰਦੇਸ਼ਾਂ ਦਿੱਤੀਆਂ ਹੋਈਆਂ ਹਨ। ਜੋ ਅਸੀਂ ਪੇਪਰ ਕਰਨਾ ਹੈ ਉਸ ਦੇ ਸਾਨੂੰ ਨਿਰਦੇਸ਼ ਦਿੱਤੇ ਹੋਏ ਹਨ। ਤੇ ਇਹ ਆ ਭਾਗ ਪਹਿਲਾ, ਪੜ੍ਹਨ ਕੌਸ਼ਲ। ਨੋਟ: ਹੇਠ ਲਿਖੇ 2 ਪੈਰਿਆਂ ਅਤੇ ਇੱਕ ਕਾਵਿ ਟੁਕੜੀ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦੇ ਹੇਠਾਂ ਪੁੱਛੇ ਗਏ ਪ੍ਰਸ਼ਨਾਂ ਵਿੱਚੋਂ ਕਿਸੇ 5 ਹਰੇਕ ਦੇ ਉੱਤਰ ਉਹਨਾਂ ਦੇ ਹੇਠਾਂ ਦਿੱਤੇ ਗਏ ਹਨ। ਵਿਕਲਪਾਂ ਵਿੱਚੋਂ ਚੁਣ ਕੇ ਲਿਖੋ। ਉੱਤਰ ਸ਼ੀਟ ਵਿੱਚ ਦਰਜ ਕਰੋ। ਇਹ ਸਾਨੂੰ 2 ਅਨਸਿਨ ਪੈਸੇਜ ਦਿੱਤੇ ਹੋਏ ਹਨ ਤੇ ਇੱਕ ਕਾਵਿ ਟੁਕੜੀ ਦਿੱਤੀ ਹੋਈ ਹਨ, ਜਿਸ ਦੇ ਸਾਨੂੰ 5 ਕੁਐਸਚਨ ਦੇ ਆਨਸਰ ਦੇਣੇ ਹੈ। ਕੋਰੋਨਾ ਨਾਮਕ ਅਲਾਮਤ ਨੇ 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਤਬਾਹੀ ਦੀ ਕਗਾਰ 'ਤੇ ਲਿਆ ਖੜਾ ਕੀਤਾ ਹੈ। ਇਸ ਨਾਮੁਰਾਦ ਬਿਮਾਰੀ ਨੇ ਲੋਕਾਂ ਨੂੰ ਬਹੁਤ ਹੀ ਖੌਫਨਾਕ ਝੰਜਟ ਵਿੱਚ ਫਸਾਇਆ ਹੈ। ਇਹ ਸਾਨੂੰ ਅਨਸਿਨ ਪੈਸੇਜ ਦਿੱਤਾ ਹੋਇਆ ਹੈ, ਜਿਸ ਨੂੰ ਅਸੀਂ ਪੜ੍ਹਨਾ ਹੈ ਅਤੇ ਇਸ ਦੇ ਸਾਨੂੰ ਪ੍ਰਸ਼ਨ ਦਿੱਤੇ ਹੋਏ ਹਨ। ਉਪਰੋਕਤ ਪੈਰੇ ਦੇ ਆਧਾਰ 'ਤੇ ਪੁੱਛੇ ਗਏ ਪ੍ਰਸ਼ਨਾਂ ਵਿੱਚੋਂ ਕੋਈ 5 ਹੱਲ ਕਰੋ। ਅਗਰ ਸਾਨੂੰ 5 ਹੱਲ ਕਰਨ ਨੂੰ ਦਿੱਤੇ ਹੋਏ ਹਨ ਤਾਂ ਅਸੀਂ 5 ਹੀ ਕਰਨੇ ਹੈ। ਪਹਿਲਾ, 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਕਿਸ ਅਲਾਮਤ ਨੇ ਤਬਾਹੀ ਦੀ ਕਗਾਰ ਤੋਂ ਲਿਆ ਖੜਾ ਕੀਤਾ? ਪ੍ਰਦੂਸ਼ਣ, ਪੋਲੀਓ, ਕੋਰੋਨਾ ਤੇ ਨਸ਼ਾ। ਕੋਰੋਨਾ। ਦੂਜਾ, ਕੋਰੋਨਾ ਅਲਾਮਤ ਨੇ ਕਿਸ ਸੰਕਲਪ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ? ਖੌਫਨਾਕ ਝੰਜਟ, ਸਿਹਤਮੰਦ ਸੰਸਾਰ ਦੇ, ਸ਼ੰਕੇ ਕਰਨ ਦੀ ਆਦਤ, ਸ਼ਹਿਰੀ ਮਾਨਸਿਕਤਾ ਦੇ। ਸਿਹਤਮੰਦ ਸੰਸਾਰ ਦੇ। ਇਸ ਦਾ ਉੱਤਰ ਹੈ ਸੈਕਿੰਡ ਤੇ ਇਸ ਦਾ ਉੱਤਰ ਹੈ ਥਰਡ। ਤੀਜਾ, ਲੋਕਡਾਊਨ ਦੇ ਸਮੇਂ ਦੌਰਾਨ ਭਾਰਤ ਨੇ ਲੋਕਾਂ ਦੀ ਕਿਹੜੀ ਚੀਜ਼ ਦੀ ਨੀਂਹ ਹਿਲਾ ਗਈ? ਨਿੱਤ ਨਵੀਆਂ ਖੋਜਾਂ ਦੀ, ਨਿੱਕੀਆਂ ਬਿਮਾਰੀ ਦੀ, ਮਜ਼ਬੂਤ ਮਾਨਸਿਕਤਾ ਦੀ ਤੇ ਪੇਂਡੂ ਮਾਹੌਲ ਦੀ। ਮਜ਼ਬੂਤ ਮਾਨਸਿਕਤਾ ਦੀ। ਲਾਕਡਾਊਨ ਦੇ ਦੌਰਾਨ ਕਿੱਥੇ ਥੋੜ੍ਹੀ ਬਹੁਤ ਖੁੱਲ੍ਹ ਰਹੀ? ਪਿੰਡਾਂ ਵਿੱਚ। ਫੋਰਥ ਕੁਐਸਚਨ ਹੈ, ਲਾਕਡਾਊਨ ਦੇ ਦੌਰਾਨ ਕਿੱਥੇ ਥੋੜ੍ਹੀ ਬਹੁਤ ਖੁੱਲ੍ਹ ਰਹੀ? ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਹਸਪਤਾਲਾਂ ਵਿੱਚ। ਪਿੰਡਾਂ ਵਿੱਚ। ਇਸ ਦਾ ਆਨਸਰ ਹੈ ਪਿੰਡਾਂ ਵਿੱਚ। ਕੋਰੋਨਾ ਕਾਲ ਦੇ ਸ਼ੁਰੂ ਦੇ ਸਮੇਂ ਦੌਰਾਨ ਹਸਪਤਾਲ ਤੋਂ ਡਿਸਪੈਂਸਰੀਆਂ ਕੋਰੋਨਾ ਨੂੰ ਛੱਡ ਕੇ ਕਿਸ ਲਈ ਬੰਦ ਰਹੇ? ਦੂਜੀਆਂ ਹੋਰ ਬਿਮਾਰੀਆਂ ਲਈ, ਡਾਕਟਰਾਂ ਲਈ, ਨਰਸਾਂ ਲਈ। ਕੇਵਲ ਸੈਕਿੰਡ ਤੇ ਕੇਵਲ ਥਰਡ ਲਈ। ਕੇਵਲ ਡਾਕਟਰਾਂ ਲਈ ਤੇ ਨਰਸਾਂ ਲਈ। ਇਹ ਦੂਜੀਆਂ ਹੋਰ ਬਿਮਾਰੀਆਂ ਲਈ। ਪੰਜਵੇਂ ਦਾ ਆਨਸਰ ਹੈ ਫਸਟ। ਨਿੱਕੀ ਬਿਮਾਰੀ ਲਈ ਡਾਕਟਰ ਜਾਂ ਹਸਪਤਾਲਾਂ ਦਾ ਰੁਖ ਕਰਨ ਵਾਲੇ ਲੋਕਾਂ ਦੀ ਕਿਸ ਦੀ ਦਹਿਸ਼ਤ ਕਾਰਨ ਬਿਮਾਰੀ ਉੱਭਰ ਹੀ ਨਾ ਸਕੀ? ਲੁਟੇਰਿਆਂ ਦੀ, ਪੁਲਿਸ ਦੀ, ਹਸਪਤਾਲਾਂ ਦੀ, ਕੋਰੋਨਾ ਦੀ। ਇਸ ਦਾ ਆਨਸਰ ਹੈ ਫੋਰਥ, ਕੋਰੋਨਾ ਦੀ। ਹੁਣ ਸਾਨੂੰ ਸੈਕਿੰਡ ਅਨਸਿਨ ਪੈਸੇਜ ਦਿੱਤਾ ਹੋਇਆ ਹੈ। ਇਸ ਨੂੰ ਅਸੀਂ ਅਣਟੇਢਾ ਪੈਰਾ ਵੀ ਕਹਿੰਦੇ ਹਨ ਤੇ ਇਹ ਸਾਰਾ ਹੈ ਤੇ ਇਸ ਦੇ ਪ੍ਰਸ਼ਨ ਹੈ। ਉਪਰੋਕਤ ਪੈਰੇ ਦੇ ਆਧਾਰ 'ਤੇ ਪੁੱਛੇ ਗਏ ਪ੍ਰਸ਼ਨਾਂ ਵਿੱਚੋਂ ਕੋਈ 5 ਹੱਲ ਕਰਨੇ ਹੈ।
ਮਨੁੱਖੀ ਸੱਭਿਆਚਾਰ ਦੇ ਵਿਕਾਸ ਵਿੱਚ ਦੂਸਰਾ ਮਹੱਤਵਪੂਰਨ ਪੜਾਅ ਕਿਹੜਾ ਹੈ? ਉਦਯੋਗਿਕ ਕ੍ਰਾਂਤੀ, ਖੇਤੀ, ਅੰਗਰੇਜ਼ਾਂ ਦੇ ਸੁਧਾਰ, ਪੱਥਰ ਯੁੱਗ। ਇਹ ਹੈ, ਇਸ ਦਾ ਆਂਸਰ ਹੈ ਸੈਕਿੰਡ, ਖੇਤੀ। ਖੇਤੀ ਖੇਤਰ ਵਿੱਚ ਹੋਇਆ ਡੈਸ਼ ਵਿਦਵਾਨਾਂ ਲਈ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ। ਦਿੱਤੇ ਵਿਕਲਪਾਂ ਵਿੱਚੋਂ ਸਹੀ ਵਿਕਲਪ ਚੁਣ ਕੇ ਖਾਲੀ ਸਥਾਨ ਤੇ ਭਰੋ। ਮੁਸ਼ਕਲਾਂ, ਤਬਾਹੀਆਂ, ਫਸਲਾਂ, ਤਬਾਹੀਆਂ ਦੇ ਸਮਾਂ-ਕਾਲ। ਤਬਾਹੀਆਂ ਦੇ ਸਮਾਂ-ਕਾਲ। ਹੁਣ ਤੱਕ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੀ ਸੱਭਿਅਤਾ ਸੰਸਾਰ ਦੀਆਂ ਕਿਹੋ ਜਿਹੀਆਂ ਸੱਭਿਅਤਾਵਾਂ ਵਿੱਚੋਂ ਹੈ? ਪ੍ਰਾਚੀਨ ਤੇ ਉੱਨਤ, ਪਿਛੜੀ ਤੇ ਪਛਾਊ, ਖਿੱਚੂ, ਲੜਾਕੀ ਤੇ ਅਸਭਿਅਕ, ਕੱਟੜਪੰਥੀ ਤੇ ਜ਼ਿੱਦੀ। ਇਸ ਦਾ ਆਂਸਰ ਹੈ ਫਸਟ, ਪ੍ਰਾਚੀਨ ਤੇ ਉੱਨਤ। ਕੁਦਰਤੀ ਖੇਤੀ ਤੋਂ ਆਰੰਭ ਹੋ ਕੇ ਅਜੋਕੀ ਮਸ਼ੀਨੀ ਖੇਤੀ ਤੱਕ ਪਹੁੰਚਣ ਦੇ ਵਕਫੇ ਦੌਰਾਨ ਖੇਤੀ ਨੇ ਬਹੁਤ ਸਾਰੇ ਕੀ ਵੇਖੇ ਹਨ? ਪਹਾੜ ਤੇ ਜੰਗਲ, ਉਤਾਰ ਚੜਾਵ, ਪੰਛੀ ਤੇ ਜਾਨਵਰ, ਕੇਵਲ ਫਸਟ ਤੇ ਥਰਡ। ਤੇ ਇਸ ਦਾ ਆਂਸਰ ਹੈ ਉਤਾਰ ਚੜਾਵ। ਆਮ ਤੌਰ ਤੇ ਬਹੁਤ ਮਾਨਵ ਵਿਗਿਆਨੀ ਖੇਤੀ ਦੇ ਉਤਪੱਤੀ ਨੂੰ ਕਿਸ ਨਾਲ ਜੋੜਦੇ ਹਨ? ਅੰਗਰੇਜ਼ੀ ਸ਼ਾਸਨ ਨਾਲ, ਸਿੱਖ ਰਾਜ ਨਾਲ, ਇਸਤਰੀ ਨਾਲ, ਮੁਗਲ ਸ਼ਾਸਨ ਨਾਲ। ਤਾਂ ਇਸ ਦਾ ਆਂਸਰ ਹੈ ਇਸਤਰੀ ਨਾਲ। ਭਾਰਤੀ ਪੁਰਾਤਤਵ ਵਿਭਾਗ ਦੇ ਸਰਵੇਖਣ ਅਨੁਸਾਰ ਕਸ਼ਮੀਰ ਵਿੱਚ ਕਿਹੜੇ ਯੁੱਗ ਵਿੱਚ ਖੇਤੀ ਹੋਣ ਦੇ ਸਬੂਤ ਮਿਲੇ ਹਨ? ਨਵ ਪੱਥਰ, ਮਹਾਰਾਜਾ ਰਣਜੀਤ ਸਿੰਘ ਕਾਲ, ਬ੍ਰਿਟਿਸ਼ ਸ਼ਾਸਨ ਤੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ। ਨਵ ਪੱਥਰ। ਸੀ। ਇਹ ਸਾਨੂੰ ਕਾਵਿ ਟੁਕੜੀ ਦਿੱਤੀ ਹੋਈ ਹਨ। ਹਰ ਮੋੜ ਚਲਦੀ ਘੁਲਾੜੀ ਕਿੰਨੀ ਚੰਗੀ ਲੱਗਦੀ, ਬਲਦਾਂ ਦੀ ਜੋੜੀ ਅੱਗੇ ਅੱਗੇ ਭੱਜਦੀ, ਬਲਦਾਂ ਨੂੰ ਚਾਚਾ ਚਾਵਾਂ ਨਾਲ ਹੱਕਦਾ, ਵੇਲਣੇ 'ਚ ਗੰਨੇ ਦਿੰਦੇ, ਤਾਇਆ ਨਾ ਥੱਕਦਾ, ਗੰਨਿਆਂ ਦੀ ਭਰੀ ਛੱਜਾ ਗਿਆ ਸੁੱਟ ਕੇ, ਗੰਨੇ ਖੜੇ ਕਾਸਿਆ ਕਮਾਦੋ ਕੱਟ ਕੇ। ਉਪਰੋਕਤ ਕਾਵਿ ਟੁਕੜੀ ਦੇ ਆਧਾਰ ਤੇ ਪੁੱਛੇ ਗਏ ਪ੍ਰਸ਼ਨਾਂ ਦੇ ਕੋਈ 5 ਪ੍ਰਸ਼ਨ ਹੱਲ ਕਰੋ। ਚਲਦੀ ਘੁਲਾੜੀ ਕਿਹੋ ਜਿਹੀ ਲੱਗਦੀ ਹੈ? ਚਲਦੀ ਘੁਲਾੜੀ ਕਿਹੋ ਜਿਹੀ ਲੱਗਦੀ ਹੈ? ਚੰਗੀ, ਮੰਦੀ, ਬਹੁਤ ਭਾਰੀ ਤੇ ਬਹੁਤ ਹਲਕੀ। ਚੰਗੀ। ਅੱਗੇ ਕੀ ਭੱਜਦਾ ਹੈ? ਬੱਚਿਆਂ ਦੀ ਟੋਲੀ, ਟਰੈਕਟਰ, ਬਲਦਾਂ ਦੀ ਜੋੜੀ। ਇਹਨਾਂ ਵਿੱਚੋਂ ਕੋਈ ਨਹੀਂ। ਬਲਦਾਂ ਦੀ ਜੋੜੀ। ਬਲਦਾਂ ਨੂੰ ਚਾਵਾਂ ਨਾਲ ਕੌਣ ਹੱਕਦਾ ਹੈ? ਬਲਦਾਂ ਨੂੰ ਚਾਵਾਂ ਨਾਲ ਕੌਣ ਹੱਕਦਾ ਹੈ? ਦਾਦਾ, ਬਾਪੂ, ਤਾਇਆ, ਚਾਚਾ। ਚਾਚਾ। ਗੰਨਿਆਂ ਦੀ ਭੜੀ ਕੌਣ ਸੁੱਟ ਕੇ ਗਿਆ ਹੈ? ਛੱਜਾ, ਬਨੇਰਾ, ਪਰਨਾਲਾ, ਕੰਧ। ਛੱਜਾ। ਤਾਇਆ ਕੀ ਕਰਦਾ ਥੱਕ ਨਹੀਂ ਰਿਹਾ? ਗੁੜ ਖਾਂਦਾ, ਵੇਲਣੇ 'ਚ ਗੰਨੇ ਦਿੰਦਾ, ਗੰਨੇ ਖੜਦਾ, ਬਲਦਾਂ ਦੇ ਅੱਗੇ ਅੱਗੇ ਭੱਜਦਾ। ਤੇ ਇਸ ਦਾ ਆਂਸਰ ਹੈ ਬਲਦਾਂ ਦੇ ਅੱਗੇ ਅੱਗੇ ਭੱਜਦਾ। ਘੁਲਾੜੀ ਸ਼ਬਦ ਦੇ ਕੀ ਅਰਥ ਹਨ? ਗੁੰਨਣ ਵਾਲੇ ਆੜੀ, ਗੰਨਾ ਪੀਹਣ ਅਤੇ ਗੁੜ ਦੇ ਸ਼ੱਕਰ ਬਣਾਉਣ ਦਾ ਇੱਕ ਕਿਸਮ ਦਾ ਯੰਤਰ, ਬਲਦਾਂ ਨਾਲ ਖੇਤੀ ਕਰਨਾ, ਫਸਲ ਨੂੰ ਕੱਟਣਾ। ਗੰਨਾ ਪੀਹਣ ਅਤੇ ਗੁੜ ਤੇ ਸ਼ੱਕਰ ਬਣਾਉਣ ਦਾ ਇੱਕ ਕਿਸਮ ਦਾ ਯੰਤਰ। ਤਾਂ ਸੈਕਿੰਡ ਇਸ ਦਾ ਆਂਸਰ ਹੈ। ਹੁਣ ਅਸੀਂ 2 ਅਣਟਿੱਡੇ ਪੈਰੇ ਤੇ ਇੱਕ ਕਾਵਿ ਟੁਕੜੀ ਕਰ ਲਈ ਤੇ ਹੁਣ ਅਸੀਂ ਗ੍ਰਾਮਰ ਕਰਨੀ ਹੈ। ਭਾਗ ਦੂਜਾ, ਵਿਆਕਰਣ।
समासी शब्द पूछे गए अनुसार 5 प्रश्नां विचों कोई 4 हल करो। हेठ लिखे विकल्पां विचों किहड़ा एक समासी शब्द है? इज्जत मान, धर्म, कमजोरी ਜਾਂ रोशनी। समासी शब्द जो एक जैसे होंदे हन। इज्जत मान। हेठ लिखियां विचों किहड़ा समासी शब्द सार्थक ते निरार्थक शब्दां दे सुमेल नाल बणिया है? इट खड़िका, निक्का मोटा, पीठ सियापा, वेला कुवेला। इट खड़िका। तो इसका आंसर है फर्स्ट। हेठ लिखियां विचों किहड़ा समासी शब्द विरोधार्थक शब्दां दे सुमेल नाल बणिया है? लाल, मूर्ख, दिन भर, सवेर शाम, वेल बुट्टे। सवेर शाम। चुगल ਅਤੇ ਖੋਰ ਤੋਂ ਕਿਹੜਾ समासी शब्द बनेगा? चुगल ਅਤੇ ਖੋਰ तो ਕਿਹੜਾ समासी शब्द बनेगा? चुगल ਅਤੇ ਖੋਰੀ, चुगला ਦਾ ਖੋਰ, चुगलखोरी ਜਾਂ चुगलखोर। ਤਾਂ ਇਸ ਦਾ ਆਨਸਰ ਹੈ फोर्थ, चुगलखोर। हेठ लिखियां विचों किहड़ा शब्द समासी नहीं है? रोटी पानी, रोटी टुक, रोटी पूरी ते रोजी रोटी। तो इसका आंसर है रोटी पूरी। बहुअर्थक शब्द पूछे गए अनुसार 5 प्रश्नों विचों कोई 4 हल करो। 24 हेठ लिखे विकल्पां विचों किहड़ा भार दा बहुअर्थक शब्द है? वजन, ताकत, अहमान, दबाव। ताकत। वंड शब्द का एक अर्थ है खल वडेड़े। होर की अर्थ हो सकते हैं? सही विकल्प चुनो। वडना, दान करना, झगड़ना, पलना, वारी, दिन या उपरोक्त सारे ही। तो इसका आंसर है फर्स्ट, वडना, दान करना। हेठ लिखे वाक विचलिया खाली थावां भरन लई बहुअर्थक शब्द चुन के वरतो। अज बड़ा डैश है पर ਉਹ धुप विच ही बन रहे हैं। सोना, वट, गरम ਜਾਂ धूना। वट। बहुअर्थक शब्द ਉਹ ਹੁੰਦੇ ਹਨ। ਪਹਿਲਾ, ਜਿਨ੍ਹਾਂ ਸ਼ਬਦਾਂ ਦਾ ਉਚਾਰਨ ਅਤੇ ਅਰਥ ਅਲੱਗ-ਅਲੱਗ ਹੋਣ। ਦੂਜਾ, ਜਿਨ੍ਹਾਂ ਸ਼ਬਦਾਂ ਦਾ ਅਰਥ ਬਿਲਕੁਲ ਉਲਟਾ ਹੋਵੇ। ਤੀਜਾ, ਜਿਨ੍ਹਾਂ ਸ਼ਬਦਾਂ ਦਾ ਉਚਾਰਨ ਲਗਭਗ ਇੱਕੋ ਜਿਹਾ ਹੋਵੇ ਪਰ अर्थ ਵੱਖਰੋ ਵੱਖਰੇ ਹੋਣ। ਚੌਥਾ, ਜਿਨ੍ਹਾਂ ਸ਼ਬਦਾਂ ਦਾ ਉਚਾਰਨ ਅਲੱਗ-ਅਲੱਗ ਹੋਵੇ ਪਰ ਅਰਥ ਇੱਕੋ ਜਿਹਾ ਹੋਵੇ। ਤੀਜਾ, ਜਿਨ੍ਹਾਂ ਸ਼ਬਦਾਂ ਦਾ ਉਚਾਰਨ ਲਗਭਗ ਇੱਕੋ ਜਿਹਾ ਹੋਵੇ ਪਰ ਅਲੱਗ ਵੱਖਰੋ ਵੱਖਰੇ ਹੋਣ। ਇਹ ਤੀਜਾ ਇਸ ਦਾ ਆਨਸਰ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਆਖਣਾ ਲਈ ਵਰਤਿਆ ਜਾਵੇਗਾ? खुरपा, कही, दातरी या खंडासा। कही। सेकंड, मुहावरे पूछे गए अनुसार 3 प्रश्नों विचों कोई 2 हल करो। सही शब्द चुन के मुहावरे नूं पूरा करो। सज्जी डैश होना। सज्जी डैश होना, ਉਂਗਲ, ਲੱਤ, ਖੱਬੀ ਤੇ ਬਾਂਹ। ਹੇਠ ਲਿਖੇ ਵਾਕ ਲਈ ਠੀਕ ਮੁਹਾਵਰਾ ਚੁਣੋ। ਕੇਂਦਰ ਸੁਪਰਡੈਂਟ ਨੇ ਨਿਕਵਾਨ ਅਮਲੇ ਨੂੰ ਕਿਹਾ ਕਿ 10ਵੀਂ ਜਮਾਤ ਦੇ ਪ੍ਰਸ਼ਨ ਉੱਤਰ ਆ ਗਏ ਹਨ। ਕਿਸੇ ਨੂੰ ਵੀ ਇਸ ਦੀ ਡੈਸ਼ ਨਹੀਂ ਹੈ। ਕੇਂਦਰ ਸੁਪਰਡੈਂਟ ਨੇ ਨਿਕਵਾਨ ਅਮਲੇ ਨੂੰ ਕਿਹਾ ਕਿ 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ਆ ਗਏ ਹਨ। ਕਿਸੇ ਨੂੰ ਇਸ ਦੀ ਡੈਸ਼। ਫਸਟ, ਅਲਮਾਰੀ ਬਾਰੇ ਦੱਸੋ। ਖਬਰ ਤਾਂ ਪਤਾ ਲੱਗੇ। ਕੰਨੋ ਕਬਰੀ ਖਬਰ ਨਾ ਹੋਵੇ। ਚੌਕੀਦਾਰੀ ਨੂੰ ਖਬਰ ਕਰੋ।
ਤਾਂ ਇਸ ਦਾ ਆਨਸਰ ਹੈ ਕੰਨੋ ਕੰਨੀ ਖਬਰ ਨਾ ਹੋਵੇ। ਬੇਫਿਕਰ ਹੋ ਕੇ ਸੌਣ ਲਈ ਕਿਹੜੇ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ? ਇਹ ਤਾਂ ਸਭ ਨੂੰ ਹੀ ਮਾਲੂਮ ਹੁੰਦਾ ਹੈ। ਘੋੜੇ ਵੇਚ ਕੇ ਸੋਣਾ, ਘੋੜੇ ਵੇਚਣਾ ਤੇ ਸੋਣਾ, ਪ੍ਰੀਖਿਆ ਦੇ ਕੇ ਸੋਣਾ, ਡੱਕਾ ਨਾ ਤੋੜਨਾ। ਘੋੜੇ ਵੇਚ ਕੇ ਸੋਣਾ। ਸਾਨੂੰ ਪੇਪਰ 'ਚ ਇਹ ਬੋਲਿਆ ਗਿਆ ਹੈ ਕਿ ਤੁਹਾਨੂੰ 5 ਪ੍ਰਸ਼ਨ ਕਰਨੇ ਹਨ, ਤਾਂ ਅਸੀਂ 5 ਹੀ ਪ੍ਰਸ਼ਨ ਕਰਨੇ ਹਨ। ਸੈਂਪਲ ਪੇਪਰ 'ਚ ਤਾਂ ਅਸੀਂ ਸਾਰੇ ਹੀ ਸੋਲਵ ਕਰ ਰਹੇ ਹਾਂ, ਕਿਉਂਕਿ ਇਹ ਸਾਡੀ ਪ੍ਰੈਕਟਿਸ ਹੈ। ਅਤੇ ਪੇਪਰ ਵਿੱਚ ਅਗਰ ਸਾਨੂੰ ਕਿਹਾ ਗਿਆ ਹੈ ਕਿ 2 ਪ੍ਰਸ਼ਨ ਹੱਲ ਕਰਨੇ ਆ, ਤਾਂ 2 ਹੀ ਅਸੀਂ ਕਰਨੇ ਹਨ। ਅਤੇ ਹੁਣ ਅਸੀਂ ਤੀਜਾ ਭਾਗ ਕਰਨਗੇ। ਪਾਠ ਪੁਸਤਕਾਂ ਦੇ ਆਧਾਰਿਤ ਪ੍ਰਸ਼ਨ। ਕਵਿਤਾਵਾਂ ਵਿੱਚੋਂ ਪੁੱਛੇ ਗਏ ਅਨੁਸਾਰ 5 ਪ੍ਰਸ਼ਨਾਂ ਵਿੱਚੋਂ ਕੋਈ 4 ਹੱਲ ਕਰੋ, ਅਤੇ ਅਸੀਂ 4 ਹੀ ਕਰਕੇ ਆਉਣੇ ਹੈ। ਪਰ ਜਿਵੇਂ ਮੈਂ ਤੁਸੀਂ ਦੱਸਿਆ, ਅਸੀਂ ਸਾਰੇ ਹੀ ਕਰਨਗੇ। 32ਵਾਂ ਕੁਐਸਚਨ ਹੈ, ਸੋ ਕਿਉ ਮੰਦਾ ਆਖੀਏ ਬਾਣੀ ਕਿਸ ਗੁਰੂ ਸਾਹਿਬ ਦੀ ਰਚਨਾ ਹੈ? ਫਸਟ, ਸ਼੍ਰੀ ਗੁਰੂ ਅੰਗਦ ਦੇਵ ਜੀ। ਸੈਕਿੰਡ, ਸ਼੍ਰੀ ਗੁਰੂ ਨਾਨਕ ਦੇਵ ਜੀ। ਥਰਡ, ਸ਼੍ਰੀ ਗੁਰੂ ਅਮਰਦਾਸ ਜੀ ਦੇਵ ਜੀ। ਚੌਥਾ, ਸ਼੍ਰੀ ਗੁਰੂ ਅਰਜਨ ਦੇਵ ਜੀ। ਤਾਂ ਇਸ ਦਾ ਆਨਸਰ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ। ਇਸ ਦਾ ਆਨਸਰ ਹੈ ਗੁਰੂ ਨਾਨਕ ਦੇਵ ਜੀ। ਤੇ ਸੋ ਕਿਉ ਮੰਦਾ ਆਖੀਏ ਬਾਣੀ ਵਿੱਚ ਗੁਰੂ ਸਾਹਿਬ ਨੇ ਇਸਤਰੀ ਤੋਂ ਬਿਨਾਂ ਕੇਵਲ ਕਿਸ ਦੀ ਹੋਂਦ ਸਵੀਕਾਰ ਕੀਤੀ ਗਈ ਹੈ? ਮਨੁੱਖ ਦੀ, ਇਸਤਰੀ ਦੀ, ਪਰਮਾਤਮਾ ਦੀ, ਉਪਰੋਕਤ ਵਿੱਚੋਂ ਕੋਈ ਨਹੀਂ। ਪਰਮਾਤਮਾ ਦੀ। ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜੀ ਰਚਨਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਹੈ? ਕਿਰਪਾ ਕਰੀ ਕੇ ਬਖਸ਼ੀ ਲਹੂ, ਸੋ ਕਿਉ ਮੰਦਾ ਆਖੀਏ, ਤੂੰ ਮੇਰਾ ਪਿਤਾ ਹੈ ਤੂੰ ਮੇਰੀ ਮਾਤਾ, ਸਤਿਗੁਰੂ ਨਾਨਕ ਪ੍ਰਗਟਿਆ। ਤਾਂ ਇਸ ਦਾ ਆਨਸਰ ਹੈ ਕਿਰਪਾ ਕਰੋ ਕੇ ਬਖਸ਼ੀ ਲਹੂ। ਕਿਰਪਾ ਕਰੀ ਕੇ ਬਖਸ਼ੀ ਲਹੂ ਬਾਣੀ ਵਿੱਚ ਖੱਤੇ ਸ਼ਬਦ ਦਾ ਕੀ ਅਰਥ ਹੈ? ਖੱਤ, ਭੂਲ, ਕਮਾਈ ਜਾਂ ਲੇਖਾਂ। ਤਾਂ ਇਸ ਦਾ ਉੱਤਰ ਹੈ ਭੂਲ। ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਕਿਹਨਾਂ ਦੇ ਮੁਖੜੇ ਉਜਲੇ ਹੁੰਦੇ ਹਨ? ਜਿਹੜੇ ਰੋਜ਼ ਮੂੰਹ ਧੋਂਦੇ ਹਨ। ਪਹਿਲਾ, ਜਿਹੜੇ ਰੋਜ਼ ਮੂੰਹ ਧੋਂਦੇ ਹਨ। ਸੈਕਿੰਡ, ਜਿਹੜੇ ਰੋਜ਼ ਚੰਦਨ ਲਗਾਉਂਦੇ ਹਨ। ਤੀਜਾ, ਜਿਹੜੇ ਪ੍ਰਭੂ ਦੇ ਬੇਮੁਖ ਹੁੰਦੇ ਹਨ। ਜਿਹੜੇ ਪ੍ਰਭੂ ਦੀ ਸਿਫਤ ਕਰਦੇ ਹਨ। ਜਿਹੜੇ ਪ੍ਰਭੂ ਦੀ ਸਿਫਤ ਕਰਦੇ ਹਨ। ਤਾਂ ਇਸ ਦਾ ਆਨਸਰ ਹੈ ਫੋਰਥ। ਵਾਰਤਕ ਵਿੱਚੋਂ ਪੁੱਛੇ ਗਏ ਅਨੁਸਾਰ 6 ਪ੍ਰਸ਼ਨਾਂ ਵਿੱਚੋਂ ਕੋਈ 4 ਪੰਜ ਕਰੋ। ਕਰ ਦਾ ਪਿਆਰਾ ਲੇਖ ਕਿਸ ਦਾ ਲਿਖਿਆ ਹੋਇਆ ਹੈ? ਪ੍ਰਿੰਸੀਪਲ ਪਿਆਰਾ ਸਿੰਘ, ਪ੍ਰਿੰਸੀਪਲ ਕਪੂਰ ਸਿੰਘ, ਪ੍ਰਿੰਸੀਪਲ ਮੋਹਨ ਸਿੰਘ ਜਾਂ ਪ੍ਰਿੰਸੀਪਲ ਤੇਜਾ ਸਿੰਘ। ਤਾਂ ਇਸ ਦਾ ਆਨਸਰ ਹੈ ਪ੍ਰਿੰਸੀਪਲ ਤੇਜਾ ਸਿੰਘ। ਘਰ ਦਾ ਪਿਆਰਾ ਲੇਖ ਅਨੁਸਾਰ ਮੁੰਡਿਆਂ ਅਤੇ ਵਿਦਿਆਰਥੀਆਂ ਅੰਦਰ ਗੈਰ ਜ਼ਿੰਮੇਵਾਰੀ ਵਾਲਾ ਵਤੀਰਾ ਕਿਉਂ ਪੈਦਾ ਹੋ ਜਾਂਦਾ ਹੈ? ਪਹਿਲਾ, ਪਹਾੜਾਂ 'ਤੇ ਰਹਿਣ ਕਾਰਨ। ਦੂਜਾ, ਬੋਰਡਿੰਗ ਦੀ ਰਹਿਣੀ ਬਹਿਣੀ ਕਾਰਨ। ਤੀਜਾ, ਮਾੜੇ ਲੋਕਾਂ ਦੀ ਸੰਗਤ ਕਾਰਨ। ਚੌਥਾ, ਕਿਸੇ ਡਰ ਦੇ ਕਾਰਨ। ਤਾਂ ਇਸ ਦਾ ਆਨਸਰ ਹੈ ਸੈਕਿੰਡ, ਬੋਰਡਿੰਗ ਦੀ ਰਹਿਣੀ ਬਹਿਣੀ ਕਾਰਨ। ਕਿਹੜਾ ਫਿਲਾਸਫਰ ਆਪਣੀ ਪਤਨੀ 'ਤੇ ਖਿਝਿਆ ਰਹਿੰਦਾ ਸੀ? ਕੌਣ ਖਿਝਿਆ ਰਹਿੰਦਾ ਸੀ? ਸ਼ੇਕਸਪੀਅਰ, ਟਾਲਸਟਾਏ, ਕਾਰਲਾਈਲ ਜਾਂ ਲਿਓਨਾਰਦੋ ਦਾ ਵਿੰਸੀ। ਤਾਂ ਇਸ ਦਾ ਆਨਸਰ ਹੈ ਕਾਰਲਾਈਲ। ਬੋਲੀ ਦਾ ਖਜ਼ਾਨਾ ਕਿਸ ਦੇ ਚੋਰੀ ਰਕਬੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ?
बचपन, जवानी, बुढ़ापा, उम्र। बचपन। ਬੋਲੀ ਲੇਖ ਅਨੁਸਾਰ ਸਾਡੀ ਦੌਲਤ ਕੀ ਹੈ? ਬੋਲੀ ਲੇਖ ਅਨੁਸਾਰ ਸਾਡੀ ਦੌਲਤ ਕੀ ਹੈ? ਸਿੱਕੇ, ਨੋਟ, ਸੋਨਾ, ਤਜਰਬਾ। ਤਾਂ ਇਸਦਾ ਆਨਸਰ ਹੈ ਤਜਰਬਾ। ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਕੁਛ ਜੋੜਨਾ, ਕੁਛ ਤੋੜਨਾ ਆਦਿ ਅਸਲੀ ਤਜਰਬੇ ਸਾਡੀ ਸ਼ਖਸੀਅਤ ਨੂੰ ਕੀ ਬਣਾਉਂਦੇ ਹਨ? ਗਰੀਬ, ਅਮੀਰ, ਨਿਰਮ, ਦਿਲਚਸਪ। ਗਰੀਬ, ਅਮੀਰ, ਨਿਰਮ ਤੇ ਦਿਲਚਸਪ। ਤਾਂ ਇਸਦਾ ਆਨਸਰ ਹੈ ਅਮੀਰ। ਕਹਾਣੀ ਵਿੱਚੋਂ ਪੁੱਛੇ ਗਏ ਅਨੁਸਾਰ 4 ਪ੍ਰਸ਼ਨਾਂ ਵਿੱਚੋਂ ਕੋਈ 3 ਹੱਲ ਕਰੋ। ਕੁਲਫੀ ਕਹਾਣੀ ਦਾ ਰਚਨਾਕਾਰ ਕੌਣ ਹੈ? ਵਹੀਆਮ ਸਿੰਘ ਸੰਧੂ, ਸੁਜਾਨ ਸਿੰਘ, ਗੁਰਬਖਸ਼ ਸਿੰਘ ਪ੍ਰਿਤਲੜੀ, ਕੁਲਵੰਤ ਸਿੰਘ ਵਿਰਕ। ਇਸ ਦਾ ਆਨਸਰ ਹੈ ਸੁਜਾਨ ਸਿੰਘ। ਲੇਖ ਵੱਲੋਂ ਆਪਣੇ ਦੋਸਤ ਤੋਂ ਮੰਗ ਕੇ ਲਿਆਂਦਾ ਰੁਪਏ ਕਿਸ ਨੇ ਲੈ ਲਏ? ਬੱਚੇ ਨੇ, ਪਤਨੀ ਨੇ, ਭੈਣ ਨੇ, ਭਰਾ ਨੇ। ਆਨਸਰ ਹੈ ਪਤਨੀ ਨੇ। ਕੁਲਫੀ ਕਹਾਣੀ ਵਿੱਚ ਕਾਕੇ ਦੇ ਮੁਰਮੁਰੇ ਲਈ ਲੇਖਕ ਤੋਂ ਕਿੰਨੇ ਪੈਸੇ ਮੰਗੇ? 1 ਪੈਸਾ, 1 ਆਨਾ, 1 ਟਕਾ, 1 ਧੇਲਾ। 1 ਟਕਾ। ਪੈਸੇ ਦੀ ਤੰਗੀ ਡੈਸ਼ ਤੋਂ ਪੈੜੀ ਹੁੰਦੀ ਹੈ? ਭੁੱਖ, ਕੱਪੜੇ, ਦੋਸਤਾਂ, ਹਵਾਲਾਤ। ਭੁੱਖ, ਕੱਪੜੇ, ਦੋਸਤਾਂ, ਹਵਾਲਾਤ। ਤਾਂ ਇਸ ਦਾ ਆਨਸਰ ਹੈ ਹਵਾਲਾਤ। ਇਕਾਂਕੀ ਵਿੱਚੋਂ ਪੁੱਛੇ ਗਏ ਅਨੁਸਾਰ 4 ਪ੍ਰਸ਼ਨਾਂ ਵਿੱਚੋਂ ਕੋਈ 3 ਪ੍ਰਸ਼ਨ ਹੱਲ ਕਰੋ। ਜਫਰਨਾਮਾ ਇਕਾਂਕੀ ਦਾ ਇਕਾਂਕੀਕਾਰ ਕੌਣ ਹੈ? ਪਾਂਧੀ ਨਨਕਾਣਵੀ, ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ ਜਾਂ ਪਾਲੀ ਭੁਪਿੰਦਰ। ਤਾਂ ਇਸ ਦਾ ਆਨਸਰ ਹੈ ਸੈਕਿੰਡ, ਹਰਚਰਨ ਸਿੰਘ। ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਕਿਸ ਥਾਂ 'ਤੇ ਮਿਲਣਾ ਚਾਹੁੰਦੇ ਸਨ? ਦੀਨਾ ਕਾਂਗੜ, ਮੋਰਿੰਡਾ, ਆਨੰਦਪੁਰ ਸਾਹਿਬ। ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਆਨਸਰ ਹੈ ਦੀਨਾ ਕਾਂਗੜ। ਜਫਰਨਾਮਾ ਇਕਾਂਕੀ ਦੀ ਘਟਨਾ ਕਦੋਂ ਵਾਪਰੀ? 1704 ਈਸਵੀ, 1705 ਈਸਵੀ, 1706 ਈਸਵੀ, 1706 ਈਸਵਾ ਪੂਰਵ। ਇਸ ਦਾ ਆਨਸਰ ਹੈ 1700 ਈਸਾ ਪੂਰਵ। ਇਸ ਦਾ ਆਨਸਰ 1700 ਈਸਵੀ। ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਦੁਆਰਾ ਲਿਖਿਆ ਗਿਆ ਸੀ? ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ। ਇਹ ਅਸੀਂ ਕਲਾਸ 10th ਦਾ ਪ੍ਰੈਕਟਿਸ ਪੇਪਰ ਹੱਲ ਕਰ ਲਿਆ ਤਾਂ ਇਸ ਦੇ ਆਨਸਰ ਵੀ ਦੇਖ ਲਏ। ਤਾਂ ਆਪ ਜੀ ਤੋਂ ਅੱਗੇ ਬੇਨਤੀ ਹੈ ਕਿ ਸਾਡਾ ਚੈਨਲ ਸਬਸਕ੍ਰਾਈਬ ਕਰਨਾ, ਜਿਸ ਤੋਂ ਸਾਨੂੰ ਵਧੀਆ ਵੀਡੀਓਜ਼ ਬਣਾਉਣ ਲਈ ਪ੍ਰੇਰਨਾ ਮਿਲ ਸਕਣ, ਅਤੇ ਲਾਈਕ, ਸ਼ੇਅਰ, ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਧੰਨਵਾਦ।